ਧੰਨਵਾਖੇ ਗੁਰੂ ਸਾਹਿਬ ਜੀਓ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਡੰਡੌਤ ਬੰਧਨ ਅਨੇਕ ਵਾਰ। ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਪਿਛਲੇ ਸੋਮਵਾਰ ਤੋਂ ਲੈ ਕੇ ਕੱਲ ਸ਼ਾਮ ਤੱਕ ਬਾਬਾ ਸੁੰਦਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਮਕਲੀ ਰਾਗ ਵਿੱਚ ਜੋ ਸਦ ਬਾਣੀ ਹੈ, ਇਸ ਦੀ ਵਿਚਾਰ ਪ੍ਰਾਰੰਭ ਕੀਤੀ ਗਈ। ਔਰ ਖਾਸ ਕਰਕੇ ਪਿਛਲੇ 2 ਦਿਨਾਂ ਤੋਂ ਸਿਰਫ ਇੱਕ ਪਦੇ ਤੇ ਆਪਾਂ ਵਿਚਾਰ ਕਰ ਰਹੇ ਹਾਂ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਤਕਰੀਬਨ 2 ਦਿਨ ਇਸ ਹੀ ਪ੍ਰਕਰਨ ਤੇ ਭਾਣਾ ਕਿਵੇਂ ਪਾ ਜਾਏ। ਰਾਤ ਦੇ ਦੀਵਾਨ ਵਿੱਚ ਅਸੀਂ ਵਿਚਾਰ ਇੱਥੇ ਰੋਕੀ ਸੀ ਕਿ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਭਗਤ ਸਤਿਗੁਰੂ ਤੇ ਉੱਤਮ ਪੁਰਖ ਮਹਾਂਪੁਰਖ ਉਹ ਹੀ ਹੈ
ਜਿਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਭਾਣਾ ਹੁਕਮ ਚੰਗਾ ਲੱਗ ਜਾਏ। ਨਾਲ ਹਜ਼ੂਰ ਨੇ ਕਿਹਾ ਭਾਣਾ ਮਾਯੂਸੀ, ਮਜਬੂਰੀ ਤੇ ਛਿਕਵੇ ਨਹੀਂ। ਅਸਲ ਚ ਭਾਣਾ ਤਾਂ ਇੱਕ ਆਤਮਿਕ ਅਵਸਥਾ ਪੂਰਨ ਖੜਾਓ ਦਾ ਨਾਮ ਹੈ। ਉਸ ਵਿੱਚ ਅਗਲੀ ਤੁਕ ਸੀ ਆਨੰਦ ਅਨਹਦ ਵੱਜੇ ਵਾਜੇ ਹਰ ਆਪ ਗਲ ਮਿਲਾਵੇ। ਜਿਸ ਨੂੰ ਭਾਣਾ ਚੰਗਾ ਲੱਗ ਗਿਆ, ਮਹਾਰਾਜ ਧੰਨ ਗੁਰੂ ਅਮਰਦਾਸ ਇਹ ਬੋਲ ਕਹਿ ਰਹੇ ਨੇ ਕਿ ਭਗਤ ਸਤਿਗੁਰ ਮਹਾਂਪੁਰਖ ਉਹੀ ਹੈ ਜਿਹਨੂੰ ਭਾਣਾ ਚੰਗਾ ਲੱਗ ਜਾਏ। ਉਸ ਦੇ ਅੰਦਰ ਆਤਮਿਕ ਆਨੰਦ, ਪਰਮੇਸ਼ਵਰ ਦਾ ਇੱਕ ਰਸ ਨਾਮ ਤੇ ਉਹਦੇ ਅੰਦਰ ਖੁਸ਼ੀ ਦੇ ਮਨ ਨੂੰ ਚਾਉ ਦੇ ਵਾਜੇ ਵੱਜਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਵਿੱਚ ਅਗਲਾ ਬਚਨ ਜਿਹੜਾ ਕਹਿ ਰਹੇ ਨੇ, ਜੋ ਅਸਾਂ ਅੱਜ ਵਿਚਾਰਨਾ ਹੈ। ਮਹਾਰਾਜ ਬਚਨ ਕਰ ਰਿਹਾ ਕਿ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਗੁਰੂ ਅਮਰਦਾਸ ਅੰਤਲੇ ਸਮੇਂ ਕਹਿ ਰਹੇ ਕਿ ਤੁਸੀਂ ਮੇਰੇ ਪੁੱਤਰ, ਮੇਰੇ ਭਰਾ, ਮੇਰੇ ਪਰਿਵਾਰ ਦੇ ਜੀ, ਮਨ ਵੇਖੋ ਕਰ ਨਿਰਜਾਸ ਜੀਓ। ਨਿਰਜਾਸ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਨਿਰਣਾ, ਵਿਚਾਰ ਕਰ ਲਓ, ਪੜਚੋਲ ਲਓ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪਰਵਾਣਾ ਫਿਰੈ ਨਾਹੀ। ਨਿਰਣਾ ਕਰਕੇ ਦੇਖੋ, ਜੋ ਧੁਰ ਦਰਗਾਹ ਤੋਂ ਪਰਮਾਤਮਾ ਨੇ ਪਰਵਾਣਾ ਲਿਖ ਦਿੱਤਾ ਹੈ, ਜਿਸ ਦੇ ਸੰਬੰਧ ਵਿੱਚ ਇਹ ਵਕਤ ਮੁਕਰਰ ਕਰ ਦਿੱਤਾ ਹੈ ਵੀ ਉਹਦਾ ਅੰਤਲਾ ਸਮਾਂ ਆਇਆ, ਉਹਨੇ ਤੁਰਨਾ ਹੈ। ਤੇ ਮਹਾਰਾਜ ਕਹਿੰਦੇ ਨੇ ਉਸ ਪਰਵਾਣੇ ਨੂੰ, ਉਸ ਚਿੱਠੀ ਨੂੰ ਕੋਈ ਰੋਕ ਨਹੀਂ ਸਕਦਾ। ਤੋ ਲਿਖਿਆ ਪਰਵਾਣਾ ਫਿਰੈ ਨਾਹੀ। ਤੇ ਸ਼ਬਦ ਵਰਤੇ ਗੁਰ ਜਾਏ ਹਰ ਪ੍ਰਭ ਪਾਸ ਜੀਓ, ਕਿ ਗੁਰੂ ਅਮਰਦਾਸ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਸਮਾ ਰਹੇ। ਆਓ ਸਾਧ ਸੰਗਤ ਆਪਣੇ 1 ਘੰਟੇ ਦੀ ਇਸ ਕਥਾ ਵਿਚਾਰ ਦਾ ਜੋ ਵਿਸ਼ਾ ਹੋਵੇਗਾ, ਕਿਉਂਕਿ ਯਾਦ ਰੱਖਿਓ ਹਰ ਸਰੋਤੇ ਦੀ ਆਪੋ ਆਪਣੀ ਅੰਦਰ ਦੀ ਸੋਝੀ ਹੁੰਦੀ, ਪਰ ਜਦੋਂ ਕੋਈ ਪ੍ਰਕਰਨ ਸ਼ੁਰੂ ਕਰ ਲਈਏ, ਸਿਆਣਪ ਤੇ ਸੁਹਿਰਦਤਾ ਉਹੀ ਹੈ ਕਿ ਉਸ ਪ੍ਰਕਰਨ ਦੇ ਦਾਇਰੇ ਵਿੱਚ ਰਹਿ ਕੇ ਹੀ ਵਿਚਾਰ ਕੀਤੀ ਜਾਏ। ਅੱਜ ਜੋ ਇਹ ਵਿਸ਼ਾ ਹੈ ਕਿ ਇੱਕ ਆਨੰਦ ਅਨਹਦ ਵੱਜੇ ਵਾਜੇ, ਤੇ ਦੂਸਰੀ ਬੇਨਤੀ ਕਿ ਪੁੱਤਰੋ ਭਰਾਵੋ, ਜੋ ਗੁਰੂ ਅਮਰਦਾਸ ਕਹਿ ਰਹੇ ਨੇ, ਤੁਸੀਂ ਨਿਰਣਾ ਕਰਕੇ ਦੇਖ ਲਓ, ਮੌਤ ਇੱਕ ਅਟਲ ਸਚਾਈ ਹੈ, ਇਹਨੂੰ ਦੁਨੀਆ ਦੀ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਜਿਹਦੀ ਚਿੱਠੀ ਪਾਟ ਗਈ, ਜਿਹਦਾ ਪਰਵਾਣਾ ਲਿਖਿਆ, ਉਹਨੇ ਜਾਣਾ। ਇਸ ਸੰਬੰਧੀ ਮੈਂ ਕੁਝ ਬਾਣੀ ਚੋਂ ਬੇਨਤੀਆਂ ਕਰਨੀਆਂ ਨੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪਣੇ ਸ਼ਬਦ ਦੀ ਕਲਾ ਵਰਤਾ ਕੇ, ਆਪ ਵਿੱਚ ਵਰਤ ਕੇ ਹਜ਼ੂਰ ਵਿਚਾਰ ਕਰਾ ਲੈਣ। ਬੜੇ ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਢੰਗ ਨਾਲ ਮਨੁੱਖ ਜ਼ਿੰਦਗੀ ਜੀਣ ਦਾ ਯਤਨ ਕਰਦੇ ਨੇ। ਇੱਕ ਤਰੀਕਾ ਹੈ ਸੰਘਰਸ਼ ਦਾ ਤੇ ਦੂਸਰਾ ਤਰੀਕਾ ਹੈ ਸਮਰਪਣ ਦਾ। ਕਈ ਵਾਰੀ ਇਨਸਾਨ ਆਪਣੀ ਖੌਮੇ ਦੇ ਅਧੀਨ ਜੋ ਪਰਮੇਸ਼ਵਰ ਵੱਲੋਂ ਵਾਪਰਿਆ ਹੈ ਉਹਦੇ ਵਿਰੋਧ ਵਿੱਚ ਸੰਘਰਸ਼ ਕਰਨ ਦਾ ਯਤਨ ਕਰਦਾ ਹੈ, ਪਰ ਉਹ ਕਾਮਯਾਬ ਨਹੀਂ ਹੁੰਦਾ। ਫਿਰ ਬੇਨਤੀ ਸੁਣਿਓ ਕਿ ਪਰਮੇਸ਼ਵਰ ਵੱਲੋਂ ਵਾਪਰਦੀ ਘਟਨਾ ਦੇ ਵਿਰੋਧ ਵਿੱਚ ਸੰਘਰਸ਼ ਕਰਨ ਵਾਲਾ ਕਦੀ ਕਾਮਯਾਬ ਨਹੀਂ ਹੋਇਆ, ਪਰ ਪਰਮੇਸ਼ਵਰ ਦੇ ਵੱਲੋਂ ਵਾਪਰਦੇ ਕੋਈ ਹੁਕਮ, ਰਜ਼ਾ ਤੇ ਭਾਣੇ ਨੂੰ ਸਮਰਪਣ ਹੋ ਕੇ ਜ਼ਿੰਦਗੀ ਜੀਣ ਵਾਲਾ ਇੱਕ ਦਿਨ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਹੈ। ਉਂਝ ਵੈਸੇ ਜ਼ਿੰਦਗੀ ਹੈ ਇੱਕ ਸੰਘਰਸ਼। ਮੈਂ ਇਹ ਵੀ ਥੋੜਾ ਜਿਹਾ ਵੇਰਵਾ ਪਾ ਦਿਆਂ ਬਾਣੀ ਚੋਂ। ਇੱਥੇ ਸੰਘਰਸ਼ ਦਾ ਅਰਥ ਇਹ ਨਹੀਂ ਕਿ ਆਲਸੀ ਬੰਦਾ ਹੋ ਜਾਏ। ਜੋ ਪਰਮੇਸ਼ਵਰ ਦਾ ਭਾਣਾ ਹੈ ਉਹਦੇ ਵਿਰੋਧ ਵਿੱਚ ਲੜਨ ਦੇ ਲਈ ਉਲਾਂਭੇ ਦੇਵੇ, ਸ਼ਿਕਵੇ ਕਰੇ, ਗਿਲੇ ਕਰੇ, ਆਪਣੇ ਵੱਲੋਂ ਕਈ ਤਰ੍ਹਾਂ ਦੇ ਸ਼ਬਦ ਵਰਤੇ,
उस पासे संघर्ष करेगा तो कामयाब कदी नहीं होएगा। हाँ, ओदी रजा विच रह के जिंदगी नूं वो सारू उच्चे मुकाम ते लिजाण दे लई जदों कोई संघर्ष करेगा ओदी फतेहयाबी होवेगी। क्योंकि बाणी च ऐसे संघर्ष भी कहे ने, जिवें महाराज जी का एक वचन आउंदा है, खौं गोसाई दा पहलवानड़ा। हुण इहदा अर्थ संघर्ष में ये नहीं कर रहा, प्रभु की रजा तो विपरीत जाना। इत्थे है संघर्ष वासनावान कोल, हूँ गोसाई दा पहलवानड़ा, मैं गुरमिल उच दुमालड़ा, सब खोई छिंज इकट्ठिया देओ बैठा वेखे आप जी। वात वजन टमक भेरियां, मल लथे लैंदे फेरियां, नहते पंज जवान में गुर थापी दिती कंड जी। हुण गुर थापी दिती कंड जी, खौमे भरिया संघर्ष नहीं, इस विच भी समर्पण है कि गुरु ने थापड़ा दिता। हजूर सच्चे पातशाह कहंदे ने उस वासना नूं, उन्हां वकारां नूं काबू करन दे लई, पर जिहड़ा खौमे अधीन होया परमात्मा दी रजा दे खिलाफ अपने आप ही संघर्ष करके कामयाब होने का यत्न करे नहीं। भाणे दा रस्ता समर्पण दा रस्ता है, भाणे दा रस्ता हुक्म मनन दा रस्ता है, ते समर्पण करन वाला गुरु परमेश्वर शब्द ਉਹਦੇ विरोध ਵਿੱਚ कभी संघर्ष कर भी नहीं सकता। इसे करके सतगुरु ने ज्यादातर बाणी जदों असीं पाठ करने, आप जी देखोगे समर्पण की गल की, तू अपना भेंट कर दे। जिवें उदाहरण के तौर पर गुरसिख नूं पुछया जाता है कि गुरु दे दसे मार्ग ते चलण का तरीका की है, किवें असीं चल सकने, इहदे बारे सानू कोई तू विचार दे। ते अगों गुरसिख कहंदा है कि सब तो पहला ते अंतम तरीका इको ही है कि अपने मन की खौमे नूं छड्ड के जो गुरु कहंदे ने उन्होंने सत बचन करके जिंदगी च अपना लेना, बस ये समर्पण का मार्ग है। इस नूं सतगुरु ने गुणवंती शब्द विच बख्शिश की, वो वचन है इत मार्ग चले भाईअड़े, ये समर्पण है, ये संघर्ष नहीं, ये गुरु नूं अपना आप भेंट कर देना है। इत मार्ग चले भाईअड़े गुर कहे सो कार कमाए जियो, त्यागे मन की मतड़ी, ये समर्पण है। त्यागे मन की मतड़ी विसारे दूजा भाओ जियो। आप पिछों बंद करा दो माड़ा जा प्रोजेक्ट, वो मैंने डिस्टर्ब करेगा। महाराज सच्चे पातशाह कहते हैं इत मार्ग चले भाईअड़े गुर कहे सो कार कमाए जियो, त्यागे मन की मतड़ी विसारे दूजा भाओ जियो, इं पावे हर दरसावड़ा न लगे तती वाह जियो। मन की मतड़ी त्यागनी, जो गुरु कहंदा है उन्होंने मन लेना प्यारिओ, ये समर्पण होवेगा। अगली बेनती सी सुखमनी साहिब का पाठ करने, मैं तां क्योंकि जे कल्ले भाणे दे उपर निरंतर कई दिन विचार करी जाए तो इन्ना को विशाल है कि साडे जन्म तो लैके मौत तक जो कुछ वापरदा पिया हर चीज भाणे विच ही वापरदी है। हजूर दा सुखमनी साहिब च असीं पवित्र अमृत बोल पढ़ने, वो भी समर्पण है कि जे स्वामी तक पहुंचना तो समर्पण कर गुरु अगे। गुर के ग्रह सेवक जो रहे, गुर की आज्ञा, ये समर्पण है। गुर की आज्ञा मन में सहे, आपस को कर कच ना जनावे, हर हर नाम हृदय सत्यावे, मन बेचे समर्पण। इत्थे संघर्ष है ही नहीं, संघर्ष खौमे दे फुरने पैदा करेगा गुरु सामने। फिर मैं अर्ज की, मैं जिंदगी दे संघर्ष की गल नहीं कर रहा बाहर मुखी, जदों गुरु कोल आउणा उत्थे समर्पण है। हुण जो गुरु कहंदा है उन्होंने स्वीकार कर लेना कि गुर के ग्रह सेवक जो रहे, गुर की आज्ञा मन में सहे, आपस को कर कच ना जनावे, हर हर नाम हृदय सत्य आवे, मन बेचे सतगुरु के पास, ती सेवक के कार्य रास। समर्पण होए नूं स्वामी मिलदा है, सेवा करत होए निकामी, तिसको होत प्राप्त। स्वामी ये समर्पण है। देखो असी सतगुरु का एक वचन पढ़ने, क्योंकि जदों समर्पण हो जाओ तो फिर हर वापरदी घटना दुखदाई नहीं भासती, वो सुखदाई भासती है। दास ने एक बार अर्ज की सी समझाने लई, जिन्नी देर तक बंदा जिउंदा है ना, पानी विच डिग पवे पानी उन्होंने डोबदा है,
ਸਰੋਵਰ ਹੋਵੇ ਜਿਹਨੂੰ ਤਰਨਾ ਨਹੀਂ ਆਉਂਦਾ, ਦਰਿਆ ਹੋਵੇ, ਨਦੀ ਹੋਵੇ, ਨਹਿਰ ਹੋਵੇ, ਪਾਣੀ ਵਿੱਚ ਡਿੱਗੇਗਾ, ਪਾਣੀ ਉਹਨੂੰ ਡੋਬੇਗਾ, ਉਹ ਸੰਘਰਸ਼ ਕਰਦਾ, ਪਾਣੀ ਫਿਰ ਡੋਬਦਾ ਹੈ। ਪਰ ਜਦੋਂ ਉਹ ਹੀ ਮਰ ਜਾਂਦਾ ਹੈ, ਸਮਰਪਣ ਹੋ ਜਾਂਦਾ ਹੈ, ਜਿਹੜਾ ਡੋਬਣ ਵਾਲਾ ਪਾਣੀ ਉਹਨੂੰ ਤਾਰ ਦਿੰਦਾ ਹੈ। ਜਦੋਂ ਸਮਰਪਣ ਕਰ ਦਿੱਤਾ, ਆਪਣੀ ਖਾਉਣੀ ਕੋਈ ਨਹੀਂ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਇਹਨੇ, ਤੁਸੀਂ ਜਿੰਨੇ ਸਤਿਗੁਰੂ ਦੇ ਬਚਨ ਪੜ੍ਹੋਗੇ, ਸਭ ਤੋਂ ਪਹਿਲੀ ਗੱਲ ਜਿਹਨੇ ਭਾਣਾ ਮੰਨਣਾ ਉਹ ਸਮਰਪਿਤ ਹੋ ਜਾਏ। ਸਮਰਪਣ ਸਤਿਗੁਰੂ ਦਾ ਇਹ ਵੀ ਪਵਿੱਤਰ ਬਚਨ ਕਿ ਖੰਭ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਾਨੂੰ ਸਮਝ ਕੋਈ ਨਹੀਂ, ਅੱਖਾਂ ਸਾਡੇ ਕੋਲ ਪਾਸ ਨਹੀਂ, ਕਿਵੇਂ ਗੁਰੂ ਦੇ ਦੱਸੇ ਹੋਈ ਚਾਲ ਤੇ ਚਾਲ ਦਾ ਅਰਥ ਤੇ ਰਹਿਤ ਤੇ ਕਿਵੇਂ ਗੁਰੂ ਦੇ ਦੱਸੇ ਬਚਨ ਤੇ ਚੱਲੀਏ। ਹਮ ਅੰਧਲੇ ਅੰਧ ਬਿਖੈ ਬਿਕਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਹੁਣ ਅਗਲੀ ਤੁਕ ਵਿੱਚ ਸਮਰਪਣ ਹੈ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ। ਇੱਥੇ ਨਹੀਂ ਕਿਹਾ ਤੂੰ ਉਹਨੂੰ ਦੁਬਾਰਾ ਵਾਚ, ਇਹ ਨਹੀਂ ਕਿਹਾ ਜੋ ਗੁਰੂ ਕਹਿੰਦਾ ਤੂੰ ਆਪਣੀ ਨੌਲੇਜ ਨਾਲ ਉਹਦੀ ਚੀਰ ਫਾੜ ਕਰ, ਇਹ ਠੀਕ ਹੈ ਕਿ ਨਹੀਂ, ਸਾਇੰਸ ਕੀ ਕਹਿੰਦੀ ਹੈ, ਲੋਕ ਕੀ ਕਹਿੰਦੇ ਨੇ। ਬਿਲਕੁਲ ਨਹੀਂ, ਉੱਥੇ ਇੱਕੋ ਸ਼ਬਦ ਵਰਤਿਆ, ਜੋ ਗੁਰ ਕਹੈ ਸੋਈ ਭਲ ਮਾਨੋ। ਭਲ ਮਾਨੋ ਦਾ ਸੰਬੰਧ ਭਾਣੇ ਨਾਲ ਹੈ, ਭਲ ਮਾਨੋ ਦਾ ਅਰਥ ਮਜਬੂਰੀ ਨਹੀਂ। ਜੋ ਗੁਰੂ ਨੇ ਕਹਿ ਦਿੱਤਾ ਖਿੜੇ ਮੱਥੇ ਸਵੀਕਾਰ ਕਰ ਲਿਆ। ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ ਮੈਂ ਅਰਜ਼ ਕਰ ਰਿਹਾ, ਕਿਉਂਕਿ 2 ਦਿਨਾਂ ਤੋਂ ਸ਼ਬਦ ਭਾਣਾ ਚੱਲ ਰਿਹਾ ਹੈ। ਭਾਣਾ ਸਮਰਪਣ ਹੈ। ਭਾਣਾ ਆਪਣੇ ਆਪ ਉਹਦੀ ਰਜਾ ਵਿੱਚ ਪ੍ਰਵਾਹਿਤ ਹੋ ਜਾਣਾ, ਤਰਨ ਦਾ ਨਾਮ ਹੈ। ਭਾਣਾ ਸੰਘਰਸ਼ ਨਹੀਂ ਹੁੰਦਾ। ਉਸ ਤੋਂ ਅਗਲੀ ਬੇਨਤੀ ਕਿ ਜਿਹੜਾ ਭਾਣਾ ਮੰਨਦਾ ਹੈ, ਗੁਰਮੁਖੋ ਸ਼ਬਦ ਦੀ ਰੋਸ਼ਨੀ ਸਮਰਪਣ ਹੋ ਕੇ, ਭਾਣਾ ਉਹਨੂੰ ਕਦੀ ਦੁੱਖ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਣਾ ਵੀ ਨਾਮ ਦੀ ਤਰ੍ਹਾਂ ਰਸ ਬਣ ਜਾਂਦਾ ਹੈ। ਜਿਵੇਂ ਨਾਮ ਜਪਿਆ ਰਸ ਆਉਂਦਾ ਹੈ, ਬਾਣੀ ਪੜਿਆ ਰਸ ਆਉਂਦਾ ਹੈ, ਜਿਵੇਂ ਸਾਨੂੰ ਸ਼ਬਦ ਕਮਾਇਆ ਰਸ ਆਉਂਦਾ ਹੈ, ਜਦੋਂ ਗੁਰੂ ਨੂੰ ਸਮਰਪਣ ਹੋ ਜਾਂਦਾ ਹੈ, ਇਹ ਭਾਣਾ ਵੀ ਇਸ ਤਰ੍ਹਾਂ ਸਵਾਦੀ ਬਣ ਜਾਂਦਾ ਹੈ ਕਿ ਜਿਵੇਂ ਕੋਈ ਸ਼ਬਦ ਦਾ ਰਸ ਲੈਂਦਾ ਪਿਆ ਹੈ। ਇਸ ਕਰਕੇ ਭਾਣੇ ਲਈ ਸ਼ਬਦ ਮਿੱਠਾ ਵੀ ਵਰਤਿਆ ਜੀ। ਰਾਤੀ ਅਸੀਂ ਪੜਿਆ ਸੀ ਕਿ ਤੇਰਾ ਕੀਆ ਮਿੱਠਾ ਲੱਗੇ, ਪਰ ਇਹ ਖਾਣ ਵਾਲਾ ਪਦਾਰਥ ਤੇ ਨਹੀਂ। ਸ਼ਬਦ ਤਾਂ ਕਹਾਂਗੇ ਵੀ ਚਲੋ ਵਾਹਿਗੁਰੂ ਸ਼ਬਦ ਬੋਲਨੇ ਆ ਤਾਂ ਕਰਮ ਕਰ ਰਹੇ ਹਾਂ, ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ, ਸਾਡੀ ਜੀਭ ਜਿਹੜੀ ਬੋਲ ਰਹੀ ਹੈ, ਪਰ ਭਾਣਾ ਤਾਂ ਅਭਿਆਸ ਜਾਪ ਤੇ ਨਹੀਂ ਹੈਗਾ। ਫਿਰ ਸੁਣੋ ਇਸ ਗੱਲ ਨੂੰ, ਭਾਣਾ ਜਾਪ ਨਹੀਂ, ਭਾਣਾ ਸਿਮਰਨ ਨਹੀਂ, ਭਾਣਾ ਬਾਣੀ ਦੇ ਸ਼ਬਦ ਦਾ ਦੁਹਰਾਓ ਨਹੀਂ। ਅਸਲ 'ਚ ਭਾਣਾ ਬੋਲਣ ਤੋਂ ਬਿਨਾਂ ਅੰਦਰ ਦਾ ਇੱਕ ਉਹ ਸੁੱਖ ਹੈ ਕਿ ਜਿਹੜਾ ਬੋਲਿਆ ਨਹੀਂ ਜਾਂਦਾ, ਸਿਰਫ ਉਹਨੂੰ ਮਿੱਠਾ ਕਰਕੇ ਅੰਦਰੋਂ ਆਨੰਦ ਹੀ ਮਾਣਿਆ ਜਾਂਦਾ ਹੈ। ਉਹ ਰਸ ਹੈ ਇੱਕ, ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਹਜ਼ੂਰ ਦੇ ਬਚਨ ਕੀਤੇ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ। ਜਿਹਨੂੰ ਵਾਹਿਗੁਰੂ ਦਾ ਭਾਣਾ ਚੰਗਾ ਲੱਗਾ, ਫਿਰ ਪਿਆਰੇ ਉਸ ਭਾਣੇ ਵਿੱਚੋਂ ਆਨੰਦ ਅਨਹਦ ਵੱਜੇ ਵਾਜੇ। ਇਹ ਮੈਂ ਰਾਤ, ਕਿਉਂਕਿ ਟਾਈਮ ਸਾਡੇ ਕੋਲ ਪੂਰਾ ਜਿਹਾ ਸੀ, ਤਾਂ ਮੈਂ 3 ਦਿਨਾਂ 'ਚ ਇੱਕ ਪਤਾ ਲਿਆ ਆਨੰਦ। ਭਾਣਾ ਮੰਨਣ ਵਾਲੇ ਅੰਦਰ ਖੇੜਾ ਹੁੰਦਾ, ਮਿਊਸੀ ਨਹੀਂ ਹੁੰਦੀ। ਭਾਣੇ ਮੰਨਣ ਵਾਲੇ ਦਾ ਚਿਹਰਾ ਪਿਲੱਤਨ ਵਿੱਚ ਪੀਲੇ ਪੰਚ ਨਹੀਂ ਹੁੰਦਾ। ਭਾਣ ਮੰਨਣ ਵਾਲੇ ਦਾ ਚੇਲਾ ਨਾਨਕ ਲਾਲੋ ਲਾਲ ਹੈ, ਸੱਚੇ ਰੱਤਾ ਸੱਚ। ਭਾਣੇ ਮੰਨਣ ਵਾਲੇ ਦਾ ਜੀਵਨ ਗਿਰਾਵਟ ਵਿੱਚ ਨਹੀਂ। ਜਿਹਨੂੰ ਸਤਿਗੁਰੂ ਨੇ ਕਿਹਾ ਰੱਤੇ ਸਹੀ ਜੇ ਮੁਖ ਨਾ ਮੁੜਨ, ਜਿਹਨੇ ਸਮਝਾਤਾ ਸਾਈਂ। ਉਹ ਰੱਤੇ ਹੋਏ ਨੇ, ਉਹ ਰੰਗੇ ਹੋਏ ਨੇ ਜਿਨ੍ਹਾਂ ਭਾਣਾ ਮੰਨਿਆ। ਸਤਿਗੁਰੂ ਕਹਿੰਦੇ ਨੇ ਆਨੰਦ ਅਨਹਦ ਵੱਜੇ ਵਾਜੇ। ਇਹ 2 ਗੱਲਾਂ, ਆਨੰਦ ਤੇ ਅਨਹਦ ਵਾਜੇ। ਵਾਹਿਗੁਰੂ ਜੀ, ਜੋ ਗੁਰੂ ਅਮਰਦਾਸ ਜੀ ਨੇ ਕਿਹਾ ਸੱਚ ਇਹ ਉਹਨਾਂ ਆਪਣੀ ਜ਼ਿੰਦਗੀ 'ਚ ਕਮਾਇਆ, ਤੇ ਖਾਸ ਕਰਕੇ ਇੱਕ ਬਾਣੀ ਜੋ ਸਾਨੂੰ ਨਿਤਨੇਮ ਵਿੱਚ ਵੀ ਬਖਸ਼ਿਸ਼ ਕੀਤੀ ਗਈ, ਅੰਮ੍ਰਿਤ ਵੇਲੇ ਵੀ, ਅੰਮ੍ਰਿਤ ਸੰਚਾਰ ਵੇਲੇ ਬਾਣੀ ਪੜ੍ਹੀ ਗਈ। ਹਜ਼ੂਰ ਨੇ ਉਸ ਬਾਣੀ ਦਾ ਨਾਮ ਹੀ ਆਨੰਦ ਰੱਖਿਆ। ਰਾਤ ਅਰਜ਼ ਕੀਤੀ, ਆਨੰਦ ਖੁਸ਼ੀ ਨਹੀਂ ਹੁੰਦਾ, ਆਨੰਦ ਪ੍ਰਸੰਨਤਾ ਨਹੀਂ ਹੁੰਦਾ। ਭਾਵੇਂ ਚਲੋ ਸ਼ਬਦ ਤਾਂ ਆਉਂਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਫਿਰ ਮੈਂ ਅਰਜ਼ ਕਰਾਂ ਇਹਨੂੰ ਖੁਸ਼ੀ ਤੇ ਬਾਹਰ ਮੁਖੀ ਪ੍ਰਸੰਨਤਾ ਨਾਲ ਮਤ ਜੋੜੀ। ਆਨੰਦ ਸ਼ਬਦ
ਇੰਨਾ ਕੁ ਸਿੱਖ ਦੀ ਜ਼ਿੰਦਗੀ ਨਾਲ ਜੁੜ ਚੁੱਕਾ ਹੈ। ਤੁਸੀਂ ਕਿਤੇ ਵੀ ਜਾਓ, ਦੇਸ਼ ਪ੍ਰਦੇਸ਼ ਕਿਤੇ ਵੀ ਚਲੇ ਜਾਓਗੇ, ਯਾਦ ਰੱਖਿਓ ਆਨੰਦ ਨੇ ਤੁਹਾਡਾ ਪਿੱਛਾ ਨਹੀਂ ਛੱਡਣਾ, ਆਨੰਦ ਤੁਹਾਡੇ ਨਾਲ ਹੀ ਰਹੇਗਾ। ਆਨੰਦ ਹੈ ਕੀ ਚੀਜ਼? ਆਨੰਦ ਇੱਕ ਭਾਣੇ ਵਿੱਚੋਂ ਉਪਜੀ ਹੋਈ ਅਵਸਥਾ ਹੈ। ਮੈਂ ਪਹਿਲਾ ਸ਼ਬਦ ਵਰਤਿਆ ਭਾਣਾ, ਫਿਰ ਆਇਆ ਆਨੰਦ। ਕਈ ਦਿਨਾਂ ਦਾ ਮਨ ਚਾਹ ਰਿਹਾ ਭਾਣੇ ਵਿੱਚੋਂ ਆਨੰਦ, ਮੌਤ ਵਿੱਚੋਂ ਵੀ ਆਨੰਦ, ਘਾਟੇ ਵਿੱਚੋਂ ਵੀ ਆਨੰਦ, ਅਪਮਾਨ ਵਿੱਚੋਂ ਵੀ ਆਨੰਦ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਕਿ ਉਸ ਅੰਦਰ ਆਨੰਦ ਪੈਦਾ ਹੋ ਗਿਆ। ਆਨੰਦ ਤੇ ਸਹਿਜ ਰਾਤ ਜਿੱਥੇ ਸੀ ਵਿਚਾਰ ਰੋਕੀ ਸੀ, ਦੋਨੋਂ ਇਕੱਠੇ ਰਹਿਣਗੇ। ਜਿੱਥੇ ਸਹਿਜ ਹੋਵੇਗਾ ਉੱਥੇ ਆਨੰਦ ਹੋਵੇਗਾ, ਤੇ ਗੁਰਮੁਖੋ ਜਿੱਥੇ ਆਨੰਦ ਹੋਵੇਗਾ ਉੱਥੇ ਸਹਿਜ ਹੋਵੇਗਾ। ਆਮ ਤੌਰ ਤੇ ਵਿਦਵਾਨ ਪੁਰਖਾਂ ਨੇ ਆਨੰਦ ਦੇ ਅਰਥ ਕੀਤੇ ਨੇ ਖੁਸ਼ੀ, ਪਰ ਦਾਸ ਬੇਨਤੀ ਕਰਦਾ ਹੁੰਦਾ ਨਹੀਂ, ਖੁਸ਼ੀ ਜਿਹੜੀ ਉਹ ਥੋੜੇ ਚਿਰ ਲਈ ਹੁੰਦੀ ਹੈ। ਖੁਸ਼ੀ ਦਾ ਸੰਬੰਧ ਕਈ ਵਾਰੀ ਸਰੀਰ ਦੀਆਂ ਇੰਦਰੀਆਂ ਤੱਕ ਰਹਿੰਦਾ ਹੈ, ਪਰ ਆਨੰਦ ਜਿਹੜਾ ਉਹ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਨਹੀਂ ਜਾਂਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਚਲੋ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਸਹਿਜ ਤੇ ਆਨੰਦ ਦੋਨੋਂ ਲਫ਼ਜ਼ ਇਕੱਠੇ, ਜਿਹੜੇ ਕਿਰਾਤ ਅਸੀਂ ਦੁਹਰਾਏ ਸਨ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਆਨੰਦ ਲਫ਼ਜ਼ ਦੀ ਵਰਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ 40 ਪੌੜੀਆਂ ਵਿੱਚ 3-4 ਥਾਵਾਂ ਤੇ ਜਿਹੜੀ ਕੀਤੀ ਹੈ। ਉਂਝ ਵੈਸੇ ਸਰਲੇਖ ਦਿੱਤਾ ਰਾਮ ਕਲੀ ਮਹੱਲਾ ਤੀਜਾ ਆਨੰਦ। ਫਿਰ ਦੁਹਰਾ ਦਿਆਂ, ਆਨੰਦ ਤੋਂ ਨਹੀਂ ਛੁੱਟ ਸਕਾਂਗੇ। ਇਹੀ ਕਾਰਨ ਭਾਵੇਂ ਅੰਦਰੋਂ ਮਹਿਸੂਸ ਕਰੋ ਨਾ ਕਰੋ। ਇੱਕ ਉਦਾਹਰਨ ਦੇ ਦੇਣਾ, ਪ੍ਰਿੰਸੀਪਲ ਗੰਗਾ ਸਿੰਘ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਕਿ ਜਦੋਂ ਸਿੱਖ ਦੇ ਘਰ ਪੁੱਤਰ ਦਾ ਧੀ ਜਨਮ ਲੈਂਦਾ ਹੈ ਤੇ ਉਹ ਨਾਮ ਰਖਾਉਣ ਵਾਸਤੇ ਗੁਰਦੁਆਰੇ ਹੁੰਦਾ ਹੈ। ਭਾਈ ਸਾਹਿਬ ਉਦੋਂ ਸ਼ਬਦ ਕੀ ਪੜ੍ਹਦੇ ਆ? ਮੰਨ ਲਓ ਦੇਗ ਲੈ ਕੇ ਆਇਆ ਵੀ ਮੈਂ ਬੱਚੇ ਦਾ ਨਾਮ ਰੱਖਣਾ ਹੈ, ਤੇ ਮਾਂ-ਬਾਪ ਨੇ ਉਸ ਬੱਚੇ ਨੂੰ, ਉਸ ਬੱਚੀ ਨੂੰ ਆਪਣੀ ਝੋਲੀ 'ਚ ਪਾਇਆ ਹੈ, ਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਕਹਿੰਦੇ ਆ ਕਿ ਆਓ ਪਹਿਲਾਂ ਆਨੰਦ ਸਾਹਿਬ ਦਾ ਪਾਠ ਕਰ ਲਈਏ ਫਿਰ ਅਰਦਾਸ ਕਰਾਂਗੇ। ਉੱਥੇ ਸ਼ਬਦ ਹੈ ਜੀ, ਸਾਰੇ ਪੜ੍ਹਦੇ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਦੇਗ ਦੀ ਅਰਦਾਸ ਕਰਨੀ, ਉਹੀ ਬੱਚਾ ਜਵਾਨ ਹੁੰਦਾ ਹੈ, ਤਾਲੀਮ ਲੈਂਦਾ ਹੈ, ਕਿਸੇ ਉੱਤੇ ਰੁਤਬੇ ਤੇ ਪਹੁੰਚਦਾ ਹੈ, ਤੇ ਸ਼ੁਕਰ ਵਿੱਚ ਅਰਦਾਸ ਕਰਨ ਲਈ ਫਿਰ ਆਏ, ਤੇ ਫਿਰ ਵੀ ਉਹੀ ਭਾਈ ਸਾਹਿਬ ਕਹਿਣਗੇ ਆਓ ਪਹਿਲਾਂ ਆਨੰਦ ਸਾਹਿਬ ਪੜ੍ਹ ਲਈਏ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਨਮ ਵਿੱਚ ਵੀ ਆਨੰਦ, ਉੱਚੇ ਰੁਤਬੇ ਤੇ ਪਹੁੰਚਿਆ ਤਾਂ ਵੀ ਆਨੰਦ, ਉਸੇ ਬੱਚੇ ਦਾ ਕਾਰਜ ਕੀਤਾ, ਤੇ ਫਿਰ ਵੀ ਗੁਰੂ ਕੇ ਕੀਰਤਨੀਆਂ ਨੇ ਦੂਸਰੀ ਅਰਦਾਸ ਤੋਂ ਪਹਿਲਾਂ ਆਨੰਦ ਸਮਾਪਤ ਕਰਕੇ ਕਾਰਜ ਕਰਕੇ ਫਿਰ ਪੜਿਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਕਹਿੰਦੇ ਸਨ ਪਰਮੇਸ਼ਵਰ ਦੀ ਖੇਡ ਹੈ। ਜਨਮ ਵੇਲੇ ਵੀ ਆਨੰਦ, ਤਾਲੀਮ ਤੇ ਰੁਤਬੇ ਤੇ ਪਹੁੰਚਿਆ ਵੀ ਆਨੰਦ, ਵਿਆਹ ਵੇਲੇ ਵੀ ਆਨੰਦ, ਤੇ ਮੰਨ ਲਓ ਉਸ ਬੱਚੇ ਦੀ ਕਿਤੇ ਮੌਤ ਹੋ ਜਾਏ, ਮੰਨ ਲਓ ਸ਼ਬਦ ਮੈਂ ਵਰਤਿਆ, ਤੇ ਵਾਪਰਦੀਆਂ ਨੇ ਘਟਨਾਵਾਂ। ਉਹੀ ਮਾਂ-ਬਾਪ ਜਿਹੜੇ 3 ਵਾਰੀ ਪਹਿਲਾਂ ਗੁਰਦੁਆਰੇ ਆਏ, ਬਚਪਨ 'ਚ ਜਨਮ ਨਾਮ ਰੱਖਣ ਲਈ ਆਏ, ਰੁਤਬੇ ਦੀ ਅਰਦਾਸ ਕਰਨ ਆਏ, ਵਿਆਹ ਵੇਲੇ ਆਏ, ਅੱਜ ਚੌਥੀ ਵਾਰ ਜਦੋਂ ਸੰਸਕਾਰ ਕਰਕੇ ਪਹੁੰਚੇ, ਉਦੋਂ ਵੀ ਭਾਈ ਸਾਹਿਬ ਨੇ ਕਿਹਾ ਆਓ ਅੰਤਮ ਅਰਦਾਸ ਕਰਨ ਤੋਂ ਪਹਿਲਾਂ ਪੜ੍ਹ ਲਈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਸੀਂ ਭਾਵੇਂ ਸੁਭੈਕਨ ਮਰਿਆਦਾ ਨਿਭਾਉਂਦੇ ਹਾਂ, ਪਰ ਗੁਰਮੁਖੋ ਇਸ ਕਿੱਡੀ ਵੱਡੀ ਰਮਜ ਹੈ ਕਿ ਜਿੰਨੇ ਪੜਾਵਾਂ ਚ ਲੰਘੇ ਹਰ ਪੜਾਅ ਵਿੱਚ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਭੁੱਲਿਆ ਨਹੀਂ। ਮੈਂ ਫਿਰ ਬੇਨਤੀ ਕਰਾਂ, ਜਿਵੇਂ ਭਾਣਾ ਤੇ ਆਨੰਦ ਇਕੱਠੇ ਨੇ, ਜਿੱਥੇ ਭਾਣਾ ਮੰਨਿਆ ਜਾਏਗਾ ਉੱਥੇ ਖੇੜਾ ਆਏਗਾ, ਜਿੱਥੇ ਖੇੜਾ ਆਏਗਾ ਉੱਥੇ ਸਹਿਜ ਆਏਗਾ। ਇਹ ਤਿੰਨੇ ਇਕੱਠੇ ਨੇ। ਥੋੜਾ ਜਿਹਾ ਆਓ ਅਸੀਂ ਸ਼ਬਦ ਪੜਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਵੈਸੇ ਸਹਿਜ ਦੇ ਅਰਥ ਅਸੀਂ ਪੰਜਾਬੀ ਬੋਲੀ ਚ ਕਰਨੇ ਆ ਜੀ ਐਸਤਾ ਐਸਤਾ। ਸਹਿਜ ਦੇ ਅਸੀਂ ਅਰਥ ਕਰਨੇ ਆ ਐਸਤਾ ਐਸਤਾ। ਮੈਂ ਇੱਕ ਬੇਨਤੀ ਕਰਾਂ, ਹਰ ਸ਼ਬਦ ਦੀ ਰੂਟ ਹੈ, ਹਰ ਸ਼ਬਦ ਦੀ ਜੜ ਦੇ ਅਰਥ ਬੜੇ ਕਮਾਲ ਦੇ। ਹੁਣ ਐਸਤਾ ਐਸਤਾ ਵੀ ਹੈ, ਸਹਿਜ ਇੱਕ ਅਵਸਥਾ ਵੀ ਹੈ। ਜੇ ਪੁੱਛੋ ਵੀ ਸ਼ਾਬਦਿਕ ਅਰਥ ਇਹਦੇ ਕੀ ਨੇ, ਇਹ ਅਸਲ ਚ 2 ਸ਼ਬਦ ਨੇ ਜੀ। 2 ਇਹਦਾ ਜੇ ਕਰਾਂਗੇ ਸੱਸਾ ਹਾ ਸਹਿ ਤੇ ਅਖੀਰ ਤੇ ਜੱਜਾ ਚਾ। ਇਹਦੇ ਅਰਥ ਕੀਤੇ ਜਾਂਦੇ ਆ। ਸਹਿ ਦਾ ਅਰਥ ਹੈ ਨਾਲ, ਜੱਜੇ ਦਾ ਅਰਥ ਹੈ ਜਨਮਿਆ, ਸਹਿਜ ਦਾ ਅਰਥ ਹੈ ਜਿਹੜਾ ਮੁੱਢ ਕਦੀਮੀ ਨਾਲ ਜਨਮਿਆ ਹੈ।
सहज के लफ्जी अर्थ ये ने, सतगुरु की बाणी चो कहते ने सतगुरु मिलिया मां मैनू आनंद मिलिया, कह लगे कला आनंद दुनियावी नहीं, ये नाल सहज मिलिया। फिर सुनो इस गल नूं मैं इनू क्लीयर कर सकां, समझ पैगी गुरमुखो। प्लीज मेरी बेनती है, इस नहीं कि मैं हंकार च कोई शब्द कहना, अपनी सुरत नूं गुरु दे शब्द च ले जाइए। जिन्ना मर्जी बाहर मुखी रौला पा लीए, याद रखियो जिन्नी देर तक सुरत शब्द की टुब्बी नहीं मारती उन्नी देर तक गुरमत की नहीं समझ पैनी। साडे वो ख्याल लड़ी जाणगे अंदर मन च। हुण आनंद ते सहज, आनंद पया मेरी माए सतगुरु मैं पाया, सतगुर तां पाया सहज सेती। हुण असीं लंगर छकने, जिस बंदे ने कदी बाणी भी नहीं मान लो पढ़ी, गोरा आया जां कोई असीं उहदे नाल बैठे लंगर छकिया, सिख ही लै लो, छकन तो बाद पुछिए किस तरह, वो कहंदा अज तां लंगर छक के आनंद आ गया। कि वो आनंद है जिहड़ा पाणी चों निकले। असीं किसे नूं मिलने आ, शब्द कहने अज तेरे दर्शन करके आनंद आ गया, कि वो आनंद है जिहड़ा पाणी चों निकले। असीं किसे दे बोल सुनने आ, असीं कहने सुन के आनंद आ गया। नहीं गुरमुखो, आनंद शब्द असल च सहज वो है कि जिस अवस्था विच पहुंचा होया दुख सुख कुछ भी अंदर नूं प्रभावित नहीं करता। वो थोड़ा जिहा बाणी च दो शब्द ने कि गुरमुख अंतर सहज है, मन चढ़िया दसवें आकाश। ये पाणी का शिखर है कि जिहदी सुरत दसम दे अनहद नूं सुनदी पई है। दसम द्वार गुरमुख अंतर सहज है, मन चढ़िया दसवें आकाश। तिथै ऊंघ न भुख है, हर अमृत नाम सुखवास। नानक दुख सुख व्याप्त नहीं, जिथै आत्म राम प्रगास। आत्म राम प्रगास सहज है। फिर बेनती, इनू भगत जी ने बड़े सोहने शब्दों में निरूपण किया। असीं आनंद कहने जिथे कवि नहीं, भगत जी ने एक शब्द चुनिया सी, वो शब्द पढ़ने बेगमपुरा शहर को नाम, दुख अंधे अंधो नहीं तै ठाऊं, ना तस्वीर खराज ना माल, खौफ ना खता ना तरस जवाल। अब मैं खूब वतन गए पाई, उआ खैर सदा मेरे पाई। उआ खैर जिन्हों कह रहे ने उन्होंने गुरु अमरदास आनंद कह रहे हैं। कहने उत्थे खैर, खैर का अर्थ इत्थे मंगना नहीं, हालांकि खैर का अर्थ देखो देना भी हुंदा है। असी शब्द वरतने तेरी पने खुदाए तू बख्शंदगी, शेख फरीदा खैर मेरी झोली विच दात पा। इत्थे खैर का अर्थ है आनंद। उआ खैर सदा मेरे पाई, सहज ते आनंद कट्ठे ने। आनंद पया मेरी माए सतगुरु मैं पाया, सतगुर तां पाया सहज सेती। मन वजियां बाध आईयां, फिर अंदरों एक नाम की रों चलती है। वैगुरु जे अवस्था नहीं मिली, चलो असीं भी तां बड़े शब्द, साडी ड्यूटी है जिहड़ा शब्द आ जाए उहदे अर्थ करने, भावे टीकाकारां नूं पढ़ के करिए, पर इस गल तो इनकारी ना होइए भी ये अवस्थावां हुंदियां। महाराज शब्द वरते, कह लगे मन वजियां वाधाइयां, राग रतन परिवार भरियां, शब्द गावण आईयां। शब्दों तां गावो खरी केरा मन, जिनी वसाया कहे नानक आनंद होवा, सतगुरु मैं पाया। महाराज रामकली सच कहते हैं, ਉਹਦੇ अंदर आनंद के वाजे ਵੱਜਦੇ आ, आनंद है। पर दास ने कहा दूसरी पौड़ी विच आनंद जदों आउंदा है, आनंद साहब तो अगे जिथे आनंद का जिक्र आउंदा है, उत्थे हजूर ने शब्द वरत्या आनंद। आनंद सब को कहे, आनंद गुरु ते जानिया। जानिया आनंद सदा गुरु ते। कहते ने वो आनंद जिहड़ा थोड़ चिरा नहीं सदा, पर वो है कि उस संबंधी गुरु अमरदास 3-4 वचन करते हैं। कहते असल च आनंद हासे का नाम नहीं, आनंद मजाक का नाम नहीं। कहते आनंद तो वो अवस्था है कि जदों अंदर जन्मा जन्मां दे कीते हुए पाप कर्मां की जड़ पट्टी जाए, जदों अज्ञानता की अनेरे विच डुबियां हुई अखां उन्हां नूं रूहानियत के सुरमे नाल चमक मिल जाए। ते तीसरा वचन किया आनंद अवस्था है जदों जबान तो जो बोले उदा हर शब्द ही सवारिया हो। ये सतगुरु के वचन पढ़ने, कर कृपा किल भी कटे, ज्ञान अंजन सारिया, अंदरों जिनका मोह टुटा, तिनका शब्द सच्चा सवारिया। तिनका शब्द का अर्थ उन्हां दा जीवन, उन्हां दे बोल, तिनका शब्द सच्चा सवारिया। कहे नानक एहो आनंद है,
आनंद गुरु ते जानिया। फिर अखीर ते असी पौड़ी पढ़ने प्यारिओ, ये शिखर है आनंद का। आनंद सुनो वड भागियो, सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे। हुण आई चीज़ां भाणा मनन च रुकावट ने, दुख आउंदा है, सुख आउंदा है, झोरा आउंदा है, चिंता आउंदी है। महाराज गुरु अमरदास कहंदे ने, भले पुरखो सिखो मानवता दे लोको आओ, सुनो आनंद वो अवस्था है जिथे दुख ते सुख रोग ते वसूरे सारे उतर जाते, जिथे सुक्कापन नहीं रहिंदा। भाणा मनना सुक्कापन नहीं, खुशकी नहीं, भाणा मर्ज कीती रस है भाणा। आनंद सुनो वड भागियो, सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे, सुनी सच्ची बाणी, संत साजन भये सरसे। रस सहित फिक्के नहीं। फिर बेनती है जिन्हों असीं पढ़ते हैं, सावण सरसी कामनी, संत साजन भय सरसे। महाराज कहते हैं उन्हां दे अंदर रस भरिया जाता है प्यारिओ, जिन्हां नूं भाणे विचों आनंद आउण लग पैंदा है। मैं एक बेनती की, भाणा रस ते आनंद। अगला शब्द है आनंद अनहद वजे वाजे। हुण शब्द है जी अनहद। आप इस शब्द तो जानू हो, बाणी च अनहद अनाहत अनहद शब्द बड़ी बारी आया है। कई सज्जन अनहद का अर्थ करते हैं जी हद तो रहत। कई सज्जन इस शब्द तो इनकारी भी होंगे, आपको अपनी सोच है। पर गुरु साहब जिसका वार वार जिक्र करते हैं वो अंदर की ऐसी अवस्था है। असी जो कुछ बोल रहे, दो शब्द ही ने संसार विच, एक आहत शब्द है ते एक अनाहत शब्द है, जिन्हों अनहत भी आप कहने। आहत शब्द जिहड़ा है, लफ्ज चलो शब्द वरतीए, ये जदों भी उपजदा है ये टकराव विचों उपजदा है। ये टकराव तो बिना पैदा हो ही नहीं सकता। असी बोलने हैं, जो कुछ आप सुन रहे हो ਜਾਂ आप जी बोलोगे, ये अनहत शब्द नहीं, ये आहत है। आहत का अर्थ जिहड़ा टकराव विचों पैदा होया। साडे मूँह विच जिहड़ा अंदर टकराव हुंदा पिया पवन दा, उस टकराव विचों जिहड़ी साउंड निकलदी है ते उस साउंड नूं जिहड़ी असी लफ्ज़ां दी पहचान दित्ती है। फिर गल ध्यान नाल सुणिओ कि साडे अंदरों पवन जो साडे अंदर टकरांदी पई है साडे मूँह विच, ਉਹਦੇ ਵਿੱਚੋਂ ਜਿਹੜੀ ਸਾਊਂਡ ਨਿਕਲਦੀ ਉਸ ਸਾਊਂਡ ਨੂੰ ਅਸੀਂ ਚਿੰਨ੍ਹਾਂ ਦੀ ਪਹਿਚਾਣ ਦਿੱਤੀ। ਉਹਨੂੰ ਊੜਾ ਕਹਿ ਲਓ, ਐੜਾ ਕਹਿ ਲਓ, ਪਰ ਯਾਦ ਰੱਖਿਓ ਮੂੰਹ ਤਾਂ ਸਿਰਫ ਸਾਊਂਡ ਪੈਦਾ ਕਰ ਰਿਹਾ, ਚਿੰਨ੍ਹਾਂ ਨੂੰ ਅਸੀਂ ਪੈਦਾ ਕੀਤਾ ਹੈ। 26 ਅੱਖਰ ਨੇ ਗੁਰਮੁਖੀ ਦੇ, ਵਾਹਿਗੁਰੂ ਇਹਦੇ ਅੰਗਰੇਜ਼ੀ ਦੇ, ਉਹਦੀ ਵੀ ਸਾਊਂਡ ਤਾਂ ਸਾਡੇ ਮੂੰਹ ਚੋਂ ਨਿਕਲਦੀ ਕੋਈ ਅੱਖਰਾਂ ਦੀ ਪਹਿਚਾਣ ਹੈ। ਉਹ ਜਿਹੜੇ ਅੱਖਰ ਨੇ ਸਾਊਂਡ ਵਿੱਚੋਂ ਨਿਕਲੇ ਹੋਏ, ਜਿਨ੍ਹਾਂ ਨੂੰ ਅਸੀਂ ਪਹਿਚਾਣ ਦੇ ਦਿੱਤੀ, ਇਹ ਸਾਰੇ ਦੇ ਸਾਰੇ ਅੱਖਰ ਜਿਹੜੇ ਨੇ ਇਹ ਅਨਹਤ ਨਹੀਂ, ਇਹ आहत ਨੇ, ਇਹ ਪੈਦਾ ਹੀ ਨਹੀਂ ਹੁੰਦੇ। ਹੁਣ ਤੁਸੀਂ ਦੇਖੋ, ਮੈਂ ਇਹ ਨਹੀਂ ਕੋਈ ਗ੍ਰਾਮਰ ਦੀ ਕਹਾਣੀ ਸ਼ੁਰੂ ਕਰ ਬੈਠਾ, ਸਿਰਫ ਇੱਕ ਬੇਨਤੀ ਹੈ, आहत ਤੇ ਅਨਾਹਤ। ਭਾਣੇ ਵਿੱਚ ਆਨੰਦ ਹੈ, ਆਨੰਦ ਵਿੱਚ ਅਨਹਤ ਦਾ ਵਾਜਾ ਵੱਜਦਾ ਪਿਆ ਹੈ। ਕੈਸੀ ਪਰਮ ਅਵਸਥਾ ਹੈ ਪਿਆਰਿਓ, ਮੌਤ ਸੁਣ ਕੇ ਤੇ ਅੰਦਰ ਤਰਿੰਦਾ ਹੈ। पर गुरु अमरदास कहते ने अंदर आनंद है, अनहद दे वाजे पा वजदे ने ते भाणे दा रस आउंदा पिया है। शब्द असी बोलने सारे आहत ने। कोई शब्द जबान तो बोलोगे टकरा चो पैदा होवेगा, टकरा तो बिना होने नहीं। तुसी पप्पा फप्फा बब्बा भब्बा बोलो, ये साडे लबां दे टकरा तो बिना ताई भी नहीं बोलिया जाता। जे असी कही जी साहब सी बुल्लां नूं टकरान नहीं देना, नहीं इन्हां दी टक्कर तो बिना पप्पे वाला वर्ग नहीं पैदा होना। असी तत्ता थत्ता दद्दा धद्दा बोलने हैं। साडी जीभ ते दंद दी शिखर, दंद दा जिहड़ा शिखर है तिखा बाखा, जिन्नी देर तक जीभ दी टीसी ते दंद आपस विच टकरांदे नहीं, तत्ते दी सौंड ही नहीं पैदा हो सकती। जिन्ने साडे अखर ने, किसी भी भाषा दे अखर ने, वो असल च पैदा तां हुंदे ने जदों मूँह विच टकराव हुंदा है। टकराव विचों पैदा होए लफ्ज़ जिहड़े ने आहत ने, पर जिन्हों आप अनहत कहने पिया प्यारिओ, वो टकराव विचों पैदा नहीं होता। फिर सुनो इसमें कीर्तन होना है, तबला बजेगा, पर तबला अनहत नहीं। तबला बजाण वाला अपनियां उंगलां उस साज दे उत्ते रखेगा जां उस तबले ते रखेगा, ज्यों वो टकराएगा उहदे विचों नात निकलेगा, वो आवाज़
ताल दी भावें किहड़ी मात्रा है, पर उस संघर्ष विचों टकराव विचों पैदा हुई। कोई इंसान गिटार वजांदा है, मान लो रबाब वजांदा है, तौस वजांदा है, तानपुरा वो छेड़दा है, ये जिन्ने तंती साज ने कि ये टकराण तो बिना आवाज़ कढणगे? जे तानपुरा आपां बिजली ना होवे, दूजा तानपुरा वजाने आ, ओदियां तारां नाल पै हत्थ टकराणगे तां आवाज़ निकलेगी। तंती साज सरंगी कुछ भी कहे, ओदी आवाज़ टकराव विचों निकलदी है। पर जिहड़ा सतगुरु ने शब्द वरतिया कि अनहत, अनहत दा अर्थ जिहड़ा वजाना नहीं पैंदा, जिहड़ा खुद अपने आप वजदा पिया है, जिहड़ा बोलना नहीं पैंदा, अपने आप बोलिंदा पिया है, जिन्हों कहण दे लई संघर्ष नहीं करना पैंदा, सिर्फ उन्होंने समर्पित होकर सुनना ही पैंदा है। इत्थे सतगुरु ने शब्द वरतिया कि भगत सतगुरु पुरख सोई जिस हर प्रभ भाना भावै, आनंद अनहद बच्चे वाजे। सतगुरु कहने जान तो पहला खुशी ते वाजे वजदे पे ने, हर आप गल मिलावे। कहने जिहड़ा भाना मन लैंदा है ना, हर दा अर्थ है खरी प्रभु जी। आप अगे वध के गल मिलावे, उन्होंने घुट के अपनी गलवकड़ी विच लै लैंदे ने। जिहड़ा कहंदा वाहिगुरू जी मैनूं तुहाडा भाना चंगा लगदा है, पर आनंद नाल कहे, मजबूरी च नहीं। हुण अगला बचन महाराज जी ने जिहड़ा कहा, सारा परिवार इकट्ठा हो गया गुरु अमरदास जी का, पुत्र पोते पोते पड़पोते शब्द वरतां दोते सारे इकट्ठे हुए। तो महाराज शब्द फिर कहते आ, कह लगे तुसी पुत भाई परिवार मेरा। कहते मायूस ना होयो, ते कोई इस घटना नूं वेख के वाहिगुरू जी के प्रति तर्क का शंका ना बनाओ। तुसी पुत, इहदा अर्थ गुरु अमरदास करें तुसी मेरे पुत्र, बाबा मोहन जी, बाबा मोहरी जी, भाई सके भरा, परिवार मेरा, सारे परिवार के मैंबर, सारे परिवार के जी, तुसी पुत भाई परिवार मेरा। कह लगे तुसी बाणी पढ़ते हो, शब्द सुनते हो, संगत करते हो, तुसी मेरे पुत्रो भरावो, अपने मन च एक खिन झाती मार के देखो कि मन वेखो कर निर्जास जियो। रात अर्ज की सी, निर्जास का अर्थ होंदा निर्णय करना, पड़चोलना। ਇਹਦਾ अर्थ है किसी रिजल्ट ते पहुंचना। मन वेखो कर निर्जास जियो, तुर लिखिया परवाना फिरै नाही। इस तुख ते मैं असल च कथा करनी है। तुर लिखिया परवाना फिरै नाही, जो परमात्मा वालों जान का सदा लिख दिता गया है, उस परवाने नूं दुनिया की कोई ताकत नहीं मिल सकती। तुर लिखिया परवाना फिरै नाही, गुर जाए हर प्रभ पास जियो। गुरु परमात्मा को जा रहा है, तुर तो लिखिया होया परवाना उन्होंने कोई नहीं मिल सकता। देखो ये भावां रामकली सद च उस वेले की घटना है, पर जो पुत्रा भरावां नूं कहा, ये सारी संगत नूं कहा, अज भी कह रहे हैं गुरु अमरदास कि साध संगत जी शंके मत बनाओ। जो परमात्मा ने मौत का सदा परवाना लिख दिता है, इनू सत बचन करके सत्कार विच भला है। सतगुरु दे असीं बचन रोज पढ़ने। परसों मैं ये शायद प्रमाण दिता सी कि जो परमात्मा ने मौत का दिन मुकर्रर कर दिता, कोई दुनिया की ताकत उन्होंने मिटा नहीं सकेगी, कोई नहीं जमेगा। ते गुरु साहब ने अमृत बाणी च प्रमाण दिते है, कहते हैं इनू ताकत वाले शक्ति वाले जिन्ने मर्जी धरती ते आए, पर किसी की कोई ताकत नहीं इसनूं रोक सके। जिवें असीं सतगुरु के पवित्र बचन पढ़ने हैं, दो शब्द इकट्ठे रख के करांगे पाठ, एक बाबा फरीद जी का ते दूसरा गुरु नानक साहब का शब्द, पर दोनों शब्दों के विच तदरूपता है। तदरूपता अर्थ एक रूप ने, विचार एक ने। गुरु नानक साहब का ते शब्द के संबत साहा लिखिया तुर लिखिया परवाना फिरै नाही। जो लिख दिता उस चिट्ठी नूं किन्ने बदल देने, उस तरीक नूं कौन बदलने वाला जम्मिया, उसनूं कोई चेंज नहीं करेगा। तो याद रखियो, उस तरीक दे उत्ते बचपन होवे, जवानी होवे, बुढ़ेपा होवे, बीमार होवे, मापियां दा एक होवे, मापियां दे 10 संतानां विचों एक होवे, जो परमात्मा ने लिख दिता उहदे लिखे नूं कोई तरला मेट नहीं सकता। सतगुरु दे ये बचन संबत साहा लिखिया मिलकर पावो तेल, देव सज्जन आसीसरियां जो होवे
ਸਾਹਿਬ ਸਿਉ ਮੇਲ। ਇਹਦੇ ਅਰਥ ਭਾਵੇਂ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ। ਅਕਸਰ ਇਹ ਪਾਠ ਜਾਂ ਕੀਰਤਨ ਸ਼ਬਦ ਦਾ ਕੀਤਾ ਜਾਂਦਾ ਭੋਗ ਦੇ ਵੇਲੇ। ਸੰਬਤ ਸਾਹਾ ਲਿਖਿਆ, ਤੇ ਕਮਾਲ ਦੀ ਗੱਲ ਕਿ ਇਸ ਪਵਿੱਤਰ ਸ਼ਬਦ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਮੌਤ ਦਾ ਕੀਤਾ, ਪਰ ਉਦਾਹਰਨ ਸਿਆਪੇ ਦੀ ਨਹੀਂ ਲਈ। ਫਿਰ ਸੁਣਿਓ, ਰੋਣ ਦੀ ਨਹੀਂ ਲਈ, ਅਫਸੋਸ ਦੀ ਨਹੀਂ ਲਈ। ਸਤਿਗੁਰੂ ਨੇ ਪ੍ਰਮਾਣ ਲਿਆ ਹੈ ਵਿਆਹ ਦਾ। ਵਿਆਹ ਦੀਆਂ ਉਦਾਹਰਨਾਂ ਦੇ ਵਿੱਚ ਮੌਤ ਦੀ ਗੱਲ ਪੈ ਕਰਦੇ। ਮੈਂ ਤਾਂ ਕਿਹਾ ਦੋ ਸ਼ਬਦ ਮੈਂ ਤਾਂ ਇਕੱਠੇ ਰੱਖਣ ਲੱਗਾ। ਇੱਥੇ ਹੈ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਤੇ ਦੂਜੇ ਪਾਸੇ ਬਾਬਾ ਫਰੀਦ ਜੀ ਦਾ ਬਚਨ ਹੈ ਜਿਤ ਦਿਹਾੜਾ ਧਨ ਭਰੀ ਸਾਹੇ ਲੈ ਲਿਖਾਏ। ਤੇ ਯਾਦ ਰੱਖਿਓ, ਦੋਨਾਂ ਮਹਾਂਪੁਰਖਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਬਾਬਾ ਫਰੀਦ ਦੇ ਜੇ ਸਮੇਂ ਨੂੰ ਦੇਖੀਏ ਤੇ ਸਦੀਆਂ ਦਾ ਫਾਸਲਾ ਬਣਦਾ ਪਿਆ ਹੈ। ਬਾਬਾ ਫਰੀਦ ਸਾਹਿਬ ਉਹਨਾਂ ਨੂੰ ਦੇਖਦੇ ਆ, ਉਹ ਤਕਰੀਬਨ 1169-70 ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ 1469। ਪਰ ਜਿਹੜੀ ਰੂਹਾਨੀਅਤ ਦੀ ਸਚਾਈ ਹੈ ਉਹ ਜਿੰਨੇ ਮਰਜ਼ੀ ਸਮਾਂ ਪਲਟ ਜਾਣ, ਰੂਹਾਨੀਅਤ ਦਾ ਸੱਚ ਕਦੀ ਬਦਲਦਾ ਨਹੀਂ ਹੁੰਦਾ, ਉਹਨੇ ਕੇਵਲ ਇੱਕ ਹੀ ਰਹਿਣਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਤੇ ਸ਼ਬਦ ਵਰਤਿਆ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਬਾਬਾ ਫਰੀਦ ਜੀ ਨੇ ਕਿਹਾ ਜਿਤ ਦਿਹਾੜਾ ਧਨ ਭਰੀ ਸ਼ਾਹੇ ਲੈ ਲਿਖਾਏ। ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ। ਸ਼ਬਦ ਹੈ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਇਹ ਮੈਂ ਕਿਉਂ ਸ਼ਬਦ ਲਿਆ? ਸਾਹੇ ਲਿਖੇ ਨਾ ਚੱਲਣੀ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ। ਇਹਨੂੰ ਫਿਰ ਸੁਣਿਓ ਇਸ ਅਰਥ ਨੂੰ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਸੰਬਤ ਦਾ ਲਫ਼ਜ਼ੀ ਅਰਥ ਹੈ ਜੀ ਸਾਲ। ਸਾਹ ਦਾ ਅਰਥ ਹੁੰਦਾ ਹੈ ਕਿ ਵਿਆਹ ਵਾਲਾ ਦਿਨ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਪੁਰਾਤਨ ਸਮੇਂ ਕੀ ਸੀ ਕਿ ਵਿਆਹ ਵਾਲਾ ਦਿਨ ਮੁਕਰਰ ਕੀਤਾ ਜਾਂਦਾ ਸੀ। ਪਹਿਲਾਂ ਸਾਲ ਨਿਸ਼ਚਿਤ ਕੀਤਾ ਜਾਂਦਾ ਸੀ, ਫਿਰ ਮਹੀਨਾ, ਫਿਰ ਦਿਨ ਮੁਕਰਰ ਕੀਤੇ ਜਾਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਵੇਂ ਵਿਆਹ ਦਾ ਸਾਲ, ਮਹੀਨਾ, ਤਰੀਕ ਤੇ ਟਾਈਮ ਅਸੀਂ ਜਨਮ ਤੋਂ ਬਾਅਦ ਨਿਰਧਾਰਿਤ ਕਰਨੇ ਆ ਬੇਟੀ ਦਾ, ਪਰ ਕਹਿੰਦੇ ਨੇ ਮੌਤ ਵਾਲਾ ਦਿਨ ਜਿਹੜਾ ਉਹ ਜਨਮ ਤੋਂ ਪਹਿਲਾਂ ਹੀ ਸਾਲ ਲਿਖਿਆ ਗਿਆ ਹੈ। ਸਾਡੇ ਸਾਰਿਆਂ ਦੇ ਸਾਲ ਲਿਖੇ ਨੇ, ਡਰਨ ਵਾਲੀ ਇਹ 'ਚ ਕੋਈ ਗੱਲ ਨਹੀਂ। ਮੇਰਾ ਲਿਖਿਆ, ਤੁਹਾਡਾ ਲਿਖਿਆ, ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਵੀ ਲਿਖਿਆ। ਉੱਥੇ ਮਹਾਰਾਜ ਸ਼ਬਦ ਵਰਤੇ ਕਿ ਸੰਬਤ ਸਾਲ ਲਿਖਿਆ ਹੋਇਆ। ਮਿਲਕਰ ਪਾਵੋ ਤੇਲ, ਉਹ ਸਮਾਂ ਲਿਖਿਆ ਹੋਇਆ। ਮਿਲਕਰ ਪਾਵੋ ਤੇਲ ਜਿਹੜਾ ਹੈ ਵਿਆਹ ਤੋਂ ਪਹਿਲਾਂ ਇੱਕ ਸਮਾਜਿਕ ਜੀ ਰਸਮ ਸੀ ਕਿ ਬੱਚੀ ਦੇ ਕੇਸਾਂ ਵਿੱਚ ਤੇਲ ਪਾਣਾ, ਉਹਨੂੰ ਕਹਿੰਦੇ ਸੀ ਇਹਨੂੰ ਮਾਈਏ ਪਾ ਦਿੱਤਾ। ਕਹਿੰਦੇ ਫੇਰਿਆਂ ਤੋਂ ਪਹਿਲਾਂ, ਲਾਵਾਂ ਤੋਂ ਪਹਿਲਾਂ ਤੇਲ ਪਾਇਆ ਜਾਂਦਾ ਹੈ। ਇਹਦਾ ਮਤਲਬ ਇਹ ਸੀ ਹੁਣ ਤੇਲ ਚੜ ਗਿਆ, ਹੁਣ ਕੋਈ ਅਪੀਲ ਦਲੀਲ ਨਹੀਂ, ਲਾਵਾਂ ਹੋਣਗੀਆਂ। ਕਹਿਣ ਲੱਗੇ ਭਾਈ ਸੰਗਿਓ ਸਾਲ ਲਿਖਿਆ ਹੈ, ਦਿਨ ਲਿਖਿਆ ਹੈ, ਮਹੀਨਾ ਲਿਖਿਆ ਹੈ, ਆਓ ਸਾਰੇ ਸੰਗਤ ਵਿੱਚ ਬੈਠ ਕੇ ਅਰਦਾਸ ਕਰੋ। ਜਪਣ ਵਾਲੇ ਗੁਰਮਖੋ ਅਸੀਸਾਂ ਦਾ ਤੇਲ ਪਾਓ ਤਾਂ ਜੋ ਮੇਰੇ ਸਾਹਿਬ ਨਾਲ ਬਾਣ ਆਵੇ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ। ਉਹ ਮਿਟਣਾ ਨਹੀਂ, ਕਿਉਂ ਨਹੀਂ ਤਿਆਰੀ ਕਰ ਲੈਂਦਾ ਮਨਾ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਫਿਰ ਇੱਕ ਘਰ 'ਚ ਨਹੀਂ, ਘਰ ਘਰ ਇਹੋ ਪਹੁੰਚਾ। ਹਰ ਘਰ ਵਿੱਚ ਚਿੱਠੀ ਆ ਚੁੱਕੀ ਜਾਂਦੀ। ਸਦੜੇ ਨਿਤ ਪਵਨ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ। ਸਦੜੇ ਨਿਤ ਪਵਨ, ਸਦਨ ਖਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਉਹਨੂੰ ਕਿੰਨੇ ਰੋਕ ਸਕਣਾ ਹੈ? ਇਸੇ ਨੂੰ ਬਾਬਾ ਜੀ ਨੇ ਕਿਹਾ ਜਿਤ ਦਿਹਾੜਾ ਧਨ ਭਰੀ। ਧਨ ਦਾ ਅਰਥ ਸਾਡੀ ਜੀਵ ਆਤਮਾ। ਜਿਸ ਦਿਨ ਨੂੰ ਮੌਤ ਨੇ ਵਰੀ ਦਾ ਅਰਥ ਵਿਆਹ ਕੇ ਲੈ ਜਾਣਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸੰਬਤ ਸਾਹ। ਜਿਤ ਦਿਹਾੜਾ ਧਨ ਭਰੀ ਸ਼ਾਹੇ ਲੈ ਲਿਖਾਏ। ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਸਾਹੇ ਲਿਖੇ ਨਾ ਚੱਲਣੀ, ਜੋ ਪਰਵਾਨਾ ਲਿਖ ਦਿੱਤਾ ਨਾ ਚੱਲਣੀ ਦਾ ਅਰਥ ਉਹਦੇ 'ਚ ਕੋਈ ਫਰਕ ਨਹੀਂ ਪੈਣਾ। ਸਾਹੇ ਲਿਖੇ ਨਾ ਚੱਲਣੀ ਜਿੰਦੋ ਕੂ ਸਮਝਾਏ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰ ਨਾਹੇ। ਅਗਲੀ ਬੇਨਤੀ, ਕਈ ਵਾਰੀ ਬੰਦਾ ਕਰਦਾ ਜ਼ਰੂਰ ਯਤਨ ਇਹ ਦਿਨ ਕਿਤੇ ਟਾਲੀ ਜਾਏ, ਨਹੀਂ ਕੋਈ ਨਹੀਂ ਟਾਲ ਸਕਦਾ, ਕਿਸੇ 'ਚ ਤਾਕਤ ਨਹੀਂ ਟਾਲੇ। ਸੂਫੀ ਦਰਵੇਸ਼ ਬਾਬਾ ਫਰੀਦ ਜੀ ਨੇ ਕੋਈ ਸ਼ਬਦ ਮੈਂ ਉਹਨਾਂ ਦੇ ਜ਼ਰੂਰ ਆਪ ਨਾਲ ਸਾਂਝੇ ਕਰਨੇ।
ਉਹ ਕਹਿੰਦੇ ਨੇ ਬੰਦਾ ਜ਼ਿੰਦਗੀ 'ਚ ਜਿੰਦੇ ਜੀ बड़े सहारे पैदा करता है। आसरे, आसरे का अर्थ होंदा मैनू कुछ मैं बच जावां, नुकसान ना होवे। उन्हां दा ये सलोक कि साढ़े त्रै मन दिहोरी चलै पानी अन्न, आयो बंदा दुनी विच वत असूनी बन। इहदा अर्थ सीधा है जी, साढ़े त्रै मन देरी वेट का जिक्र किया। कहते 3.5 मन का शरीर जिन्हों एनर्जी पानी ते रोटी विचों मिलती है, वह अन्न पानी के सहारे चलता है। 3.5 मन देरी चलै पानी अन्न, आयो बंदा दुनी विच, इस दुनिया विच आया वत असूनी, आशावां की वत लैके आ करांगा, ए साल आ करांगा, अगले ए करांगा। बाबा जी कहते मरदे दम तक आसां दी पांडे दे सिर तो लैंदे। वत असूनी बन, मलकल मौत जां आपसी। याद रखियो, जिन्हों असीं जमदूत शब्द वरतने आ, इस्लाम विच अजराइल ते मलकल दोनों, मलकल भी देवते का नाम है। मलकल मौत जां आपसी सब दरवाजे बन। जिस दिन उन्हें आना उन्हें हर दरवाजा तोड़ना है, कोई भी दरवाजा मौत वास्ते रुकावट नहीं बन सकता। गुरमुख असीं चलो ये अर्थ सीधे जा करके चले जाने हैं कि सब दरवाजे बन। मैं एक बेनती करांगा, दरवाजा एक ओट है, दरवाजा एक सहारा है। कई बार बंदा कहता मेरे ते मुसीबत आई, आ कुछ होया, मैं अंदरों घुट के दरवाजा बंद कर लिया, दरवाजा ओट बन जाता है। प्यारियो, मौत तो यह भी दरवाजे तोड़ देती है। जिस दिन उन्हें आना उन्हें दरवाजे तोड़ के लै जाना है। ये अर्थ गहरे ये ने, धन एक बड़ा वड्डा दरवाजा है, पर मौत तो धनाड़ पुरुषों के दरवाजे भी तोड़ देती है। विद्या सियाणप विद्वता एक बहुत वड्डा दरवाजा है। मौत आउंदी हो विद्या का दरवाजा भी तोड़ देंदी है, विद्वान भी अगे ला के तुर पैंदी। बांह की ताकत एक बड़ा वड्डा दरवाजा है। जिस दिन मौत आउंदी उस दिन बाहू बलियां दियां बाहां भी धरियां तराइयां रह जांदियां। धड़ा एक बड़ा वड्डा दरवाजा है, पर जिस दिन मौत आउंदी उस दिन धड़े का दरवाजा भी टुट जाता है। याद रखो, चलाकियां चुस्तियां एक बड़े वड्डे दरवाजे ने, पर जिस दिन मौत आउंदी उस दिन चलाकी का दरवाजा भी तोड़ के रख दे। कोई दरवाजा उसके सामने अड़ नहीं सकता। मलकल मौत जां आपसी सब दरवाजे बन, ते कल्ले बाहर दे दरवाजे नहीं, आ शरीर दे दरवाजे भी सच एवे मौत तोड़ के चली जाती। अखां एक दरवाजा है, यह भी टुट जाता है। मुख दरवाजा है, यह टुट जाता है। 9 दे 9 दरवाजे मौत ने तोड़ दिते, क्योंकि कोई दरवाजा भी इन्ना यत्न नहीं कर सकता कि मैं अपने आप को बचा सका। असी श्वास लेने मूँह राएं, कि मूँह का दरवाजा श्वास बाहर निकलने नूं रोक सकेगा? नास का एक दरवाजा है। जिस दिन मौत आनी है, बाबा जी कहते हैं कोई भी दरवाजा इनू रोक नहीं सकता, हर दरवाजा टुटेगा। ते अज तक जिन्ने होए सब दे ये दरवाजे तोड़े मौत ने। कल्ले आम बंदे ने, गुरु गोबिंद सिंह महाराज उन्होंने अकाल उस्ताद दी बाणी च 2 कवित ने उन्होंने किवें मौत दरवाजा तोड़ दी। इन्हें पीरां पैगंबरां दे दरवाजे तोड़े जी, इन्हें बादशाहां दे दरवाजे तोड़े जी, इन्हें वड्डे वड्डे ग्रंथ लिखण वालियां दे दरवाजे तोड़ दिते बहुत ने। हजूर दे पवित्र बचन, एक शिव भय एक गए एक फिर भय, रामचंद्र कृष्ण के अवतार भी अनेक हैं। हजूर कहते ने पता नहीं किन्ने को देवते हुए, वो सारे आए समय दे नाल चले गए। एक शिव भय एक गए एक फिर भय, रामचंद्र कृष्ण के अवतार भी अनेक हैं। शब्द उहदे अखीर दी तोके, पीर और पैगंबर कहते गने ना परत एते, भूमि ही ते हो कै सब है, भूमि ही मिलाए है। जमीन च पैदा हुए जमीन च चले गए। फिर इस मौत ने कि जोगी जति बंदगी करने वाले उन्होंने किते क्या भी आप नहीं जाना। देखो जिन्ना प्रकरण चलता पाया, पिछले एक हफ्ता हो चला है, इस इको गल आउंदी पई है भी मौत इसकी तैयारी होनी चाहिए। इस वास्ते तैयारी कोई नहीं, तां ही तां लत्तां पसार नूं बंदा बैठता है। गुरु साहब का दूसरा बचन है, जोगी जति ब्रह्मचारी बड़े बड़े छत्रधारी, छत्र ही की छाया कई कोसलो चलत है। जोगी जति ब्रह्मचारी बड़े बड़े छत्रधारी, कहते बड़े बड़े जोगी जति जिन्हां दे सिर दे उत्ते छत्र झुलदे सन,
ਤੇ ਕਈ ਕੋਹਾਂ ਤੱਕ ਉਹਨਾਂ ਦੇ ਸਿਰ ਤੇ ਛਤਰ ਚੱਲਦੇ ਸਨ, ਇੰਨੀ ਦੌਲਤ ਸੀ ਉਹਨਾਂ ਕੋਲ। जोगी जति ब्रह्मचारी बड़े बड़े छत्रधारी, छतरी की छाया कई कौशलो चलत के, बड़े बड़े राजन के दावत फिरत देश, बड़े बड़े भूपन के द्राप को दलत हैं, मान से महीप ओ दलीप के से छत्रधारी, बड़ो अवमान पुज दंड को करत हैं, दारा से दुलीसर दुर्योधन से मानधारी, भोग भोग भूम अंत भूम में मिलत है। मैं सिर्फ एक बेनती कर रहा, इस दे किसे दरवाजे नूं कोई बचा नहीं सकेगा बंदे दा, हर दरवाजा मौत तोड़ेगी। हुण इहनूं निराशता च ना लै जाना, क्योंकि जदों मौत का जिक्र किते चलदा है महसूस हो जाना मौत का, ते मौत की कथा कर लेनी बड़ा फर्क है। पता नहीं किन्नी कु वारी, हज़ारां वारी, मैं हज़ारां लफ्ज भी घट बोलना, मैं मौत उत्ते बोलिया होवांगा, भोगां ते बोलिया होवांगा, पर अनुभव हो जाना मौत ने आना है। ते उन्होंने निराशता च ना, एक तरीका हुंदा निराश हो जाना। महात्मा बुद्ध ने कहा मौत दुखदाई है, पर सचमुच इन्ने को दुख चले गए, अंतले समय तक दुख दुख कूकते रहे। गुरु ने भी कहा कि मौत एक अटल सजाई है, पर उन्हें कहा इस दुख उत्ते शब्द के राही फतेह पाई जा सकती है। फिर सुनो, मौत है दुखदाई। गुरु साहब ने कहा मौत सुहेली है, मौत सुखी है, मौत आनंद है। सतगुरु के अमृत बचन असीं जदों पढ़ने, कबीर साहब कहते कबीर जिस मरने ते जग डरे, मेरा मन आनंद। हुण उस मरण विच आनंद, मरने ही ते पाई है पूर्ण परमानंद। गुरु साहब ने बाणी च कहा क्या जाना क्यों मरेंगे, कैसा मरना होए, जेकर साहिब मनो ना विसरै तां सहला मरना। ये तो क्या नहीं मरना, नहीं कहते मरना है, पर एवें तू डरी जाए भी मर जाना इन्ना मायूस हो के। उंज वैसे भी रब की किरपा, उन्हें मौत वाला जिहड़ा टाइम बंब है उन्हें लुका ही रखे है। जे बंदे नूं पता होवे ना भी अगले साल तो मर जाना, याद रखियो बंदा तो सब कुछ छड्ड के हस्पताल चला जाए, मैंटली अपसेट हो जाएगा। उन्हें कहा भी ठीक है, तू तुरिया फिर नचदा खेडदा हसदा रहो, मैं आप ही तेनों लै जाऊंगा, तेनों दसना कोई नहीं मैं तेनों किदन लैके जाऊंगा। ताई बाबा जी ने कहा गग्गा गोबिंद गुण रवो, सांस सांस जपनीत, कहाँ बेसासा देह का बिल्म न करे मीत, न बारक न जोबन न बिरती कछ बंद, ओ बेरा न बूझिए जो आए परे जम फंद। उस वेले का पता कोई नहीं उन्हें कदों आना है, पर गुरु ग्रंथ साहिब की बाणी कहते उसका परवाना उन्हें जो लिख दिता है, इसनों कोई मेट नहीं सकता। इतिहास विच बड़ियां घटनावां ऐसियां ने, मैं चलो महात्मा बुद्ध का जिक्र किया। साडे इतिहास विच जदों भाई साहब भाई गुरदास साहब सिखां की नामावली लिखते हैं, सिखां के नाम लिखते हैं, ਉਹਦੇ ਵਿੱਚ ਉਹਨਾਂ ਜਿਹੜਾ ਸਭ ਤੋਂ ਪਹਿਲਾ ਸਿੱਖ ਲਿਖਿਆ ਉਹਨਾਂ ਨੇ ਭਾਈ ਤਾਰੂ ਸਾਹਿਬ ਜੀ ਨੂੰ ਲਿਖਿਆ। ਭਾਈ ਤਾਰੂ ਸਿੰਘ ਨੇ, ਭਾਈ ਤਾਰੂ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਏ। ਫਿਰ ਮੈਂ ਬੇਨਤੀ ਕਰਾਂਗਾ, ਮੈਂ ਸਿਰਫ ਇਸ ਵਿਸ਼ੇ ਤੇ ਅਰਜ਼ ਕਰ ਰਿਹਾ ਕਿ ਲਿਖੇ ਕੋਈ ਪ੍ਰਵਾਨੀ ਨੂੰ ਕੋਈ ਮੋੜ ਨਹੀਂ ਸਕਦਾ। ਜੋ ਉਹਨੇ ਲਿਖ ਦਿੱਤਾ ਧੁਰ ਦਰਗਾਹ ਚ ਉਹਨੂੰ ਕਿਸੇ ਨੇ ਮਿਟਣਾ, ਕਿਸੇ ਨੇ ਮੋੜਨਾ ਨਹੀਂ। ਉਹ ਰੋਜ਼ਾਨਾ ਹਜ਼ੂਰ ਦੇ ਦਰਬਾਰ ਚ ਆਉਂਦੇ ਨੇ। ये केवल मनु कल्पित घटना नहीं, भाई गुरदास साहब ने पूरी एक तुक दी इस बच्चे वास्ते। भाई जी लिखते हैं कि तारू पोपट तारिया गुरमुख बाल सुभाए उदासी। बचपन विच बाल सुभाए, बचपन विच ही उदास हो गया। उदास का अर्थ ढेली कला वाला नहीं, उदास का अर्थ नरलेप हो गया। गुरमुख बाल सुभाए उदासी। हुणे भाई तारू ते बाल सुभाए उदासी की सी। भाई साहब लिखते हैं इस बच्चे का रोज़ का नेम सी कि करतारपुर की धर्मशाला रोज़ अमृत वेले आके सतगुरु की संगत विच अमृत वेले के दीवान की हाज़री भरदा सी। एक किन्ना किन्ना समा गुरु नानक साहब जी के बिल्कुल नज़दीक हथ जोड़ के खलोता रहिंदा सी। कई दिन हो गए इसनूं आउंदियां, समा लंघदा गया। अत की सर्दी विच भी ये बच्चा आया, अत की गर्मी विच भी आया। एक दिन महाराज जी ने कहा इसनूं बच्चे नूं रोक के पुछो। जदों कोल बुलाया हजूर दे ते महाराज जी ने यही पुछया सी कि बेटा तू कई दिनों तो निरंतर आ रहे, तेरी उम्र इन्ना सवखते तो उठ पैना
किसे दिन अमृत वेला तू खंजाया नहीं, तेनू नींद आलस तंग नहीं करता। उन्हें एक शब्द कहा सी, कहंदा महाराज हकीकत ते इह वे जदों मौत दिसदी होवे उदों आलस नहीं तंग करदा हुंदा। सतगुरु ने सुनिया है तां सब जानदे हजूर, ये तां सी भी वड्डी उम्र वाले भी इहदे तों सिੱਖਿਆ ਲੈ ਲੈਣ। ਕਹਿਣ ਲੱਗੇ ਜਦੋਂ मौत सामने दिसदी होवे उदों आलस ते नींदा काहदियां। सतगुरु कहने अजे उम्र तां छोटी, कहंदा नहीं बाबा जी मौत उम्र थोड़ा वेखदी, तुसीं आप ही तां बचन करदे हो। फिर भी बेनती करा, भावें असीं शब्द कह दिंदे हां कि इस बंदे दे जान दा वेला नहीं सी। अक्सर असीं कहने बचपन विच जां जवानी च कोई जांदा है, ये साडी जबान तो शब्द निकलते हैं, ये जान का वेला नहीं सी। पर गुरु ग्रंथ साहिब कहते हैं जिहदा वेला ना आया होवे वो जांदा भी नहीं होंदा, जांदा ही होवे जिहदा वेला आ जांदा। किवें सी कह दिंदे जान का वेला नहीं सी? नहीं नहीं, वेले तो बिना जा ही कोई नहीं सकता, क्योंकि जिनकी चीरी दरगह पाटी तिन्ना मरना भाई, कल्ले आवे नानका सदे उठी जाए। सदे तो बिना तो उठदी कोई नहीं, सदे आउंदे ने तां लोग तुरदे। हजूर सच्चे पातशाह जी नूं कहंदा महाराज मौत दा कोई उम्र थोड़ा देखदी। गुरु साहिब ने बाणी च कहा जिमीदार अपनी मर्जी नाल खेत विच फसल बीजदा है। जिमीदार जदों फसल पकदी कोई इंतजार थोड़ा करता है। जिहड़ी फसल किसान ने बीजी है, खेती करन वाले ने बीजी है, उस फसल की मर्जी नहीं चलनी, ये बीजन वाले की मर्जी चलनी है। ओदी मर्जी है कोमल फसल नूं कट के लै जाए, ओदी मर्जी है कि डडरी जिहड़ी कच्ची ते पक्की अध विचाले ओनू लै जाए, ओदी मर्जी है पका के लै जाए कि फसल अगे कदी तरला मार के कहंदी मैं जे कच्चे पांचा मैनू कटना। सतगुरु कहते जैसे किरसान बोवै किरसानी, काची पाकी बाढ़ पुरानी, जो जन्मै सो जानो मूवा, गोबिंद भगत अस्थिर खैठिया। ये तो फसल की तरह है। सतगुरु एक वचन होर बाणी च कहते हैं मच्छी तलाब दे विच है, की पता विचारी नूं कदों कुंडी पै जानी है। भाई रे यूं जानो सिरकाल, जो मच्छी त्यो मानसा पवै अचिंता जाल। अचिंता जाल सानू कोई पता नहीं, साडे लिए चिंता है, पर याद रखियो रब दे चेते विच। महाराज कहते तेरी उम्र, कहंदा बाबा जी मौत दा की पता। सतगुरु ने इन्नी गल पुछी। याद रखियो सिखां दी भगत माल पोथी विच इस नूं विस्तार सहित पढ़ सकने आ, किहड़े किहड़े सिख दा की जीवन है। मैं तां क्या सब तो पहला सिख भाई तारू लिखिया। गुरु नानक साहिब जी नूं कहंदा है मौत दा। सतगुरु कहंदे तैनूं किवें पता लगा? कहंदा सतगुरु एक तां आप जी दी संगत विच आके कीर्तन कथा बाणी नाल जुड़ के, दूजा कहंदा मां दे चुल्हे ने सिखा दिता कि मौत बचपन विच भी आ जाती है। वो इस करके क्योंकि इस साखी नूं कोई किसे संत नाल जोड़ दिंदा है, कोई किसी मुसलमान फकीर नाल जोड़ दिंदा है। मैं हौमे च नहीं कह रहा, असल च एक घटना भाई तारू साहब के जीवन नाल संबंधित है, उहदे नाल उहनां नाल संबंधित है। उन्हें कहा महाराज मौत के चुल्हे तो किवें मौत का पता लगा? कहते मां ने यही शब्द कह सन तारू चुल्हे विच अग बाल। कहंदा मैं अग बालन लगा, मैनू पता नहीं सी अग किवें बाली दी। मैं वड्डियां लकड़ा जिहड़े टाण सन मोटे कट्टे उन्हां नूं रख के जदों अग लाई पर अग लगे ना। बड़ा यतन किया। मां ने आवाज़ दे के कहा मैं काम कार बेड़े च कर रही हाँ, अग बल गई। कहंदा बस यही उत्तर दिता नहीं मां यतन करना पर टाण नूं अग लगदी नहीं। कोल आके कह लगी नहीं तारू टाण नूं इस तरह सीधी अग नहीं लगनी, इस टाण नूं लगियां होणियां जिहड़ियां पतलियां टालियां टाणियां ने पत्ते ने, पहला टाणियां पतलियां तोड़ के चुल्हे च रख, जदों वो मच गईयां ते टाण नूं भी अग बाद विच लग जाएगी। कहंदा मेरे मन च ख्याल आया टाण पहला आया कि टाणियां पहला आईयां। समझण दा एक तरीका है जी। जिन्हें कुछ लैना है ना, मैं तो कई बार कहना बाहर हर थां ते ज्ञान खिल रहा है। जिन्हें कुछ लैना है वो
ਪੱਤ ਝੜ ਦੇ ਵਿੱਚ ਡਿੱਗੇ ਹੋਏ ਪੱਤਿਆਂ ਤੋਂ ਵੀ ਮੌਤ ਦੀ ਸਿੱਖਿਆ ਲੈ ਜਾਂਦੀ। ਬਾਬਾ ਸਾਹਿਬ ਨੇ ਕਿਹਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜਪਾਹੇ, ਚਾਰੇ ਕੁੰਡਾ ਢੂੰਡੀਆਂ ਰਹਿਣ ਕਥਾਉ ਨਾਹੀ। ਸੱਚ ਕਿ ਜਿਸ ਨੇ ਸਿੱਖਿਆ ਲੈਣੀ ਹੈ ਉਹ ਨਿੱਕੀ ਜੀ ਕੀੜੀ ਨੂੰ ਰੇਤ ਦੇ ਕੰਨ ਵਿੱਚ ਖੰਡ ਦੇ ਦਾਣੇ ਚੁੰਦੀ ਨੂੰ ਦੇਖ ਕੇ ਵੀ ਸਿੱਖਿਆ ਲੈ ਜਾਂਦਾ ਹੈ ਕਿ ਹਰੈ ਖੰਡ ਰਾਹ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬਜਾਈ, ਕੀਟੀ ਹੋਏ ਕਹਿ ਖਾਏ। ਇਹ ਦੋ ਵਾਰੀ ਸ਼ਲੋਕ ਆਉਂਦਾ, ਚੀਟੀ ਤੇ ਕੀਟੀ। ਕਹਿਣ ਲੱਗੇ ਮੇਰੇ ਮਨ ਚ ਆਇਆ ਮਾਂ ਕਿ ਟਾਹਣ ਪਹਿਲਾਂ ਪੈਦਾ ਹੋਏ ਕਿ ਉੱਪਰ ਵਾਲੀਆਂ ਸ਼ਾਖਾਵਾਂ ਟਾਹਣੀਆਂ ਤੇ ਪੱਤੇ ਫੁੱਲ। ਉਹਨੇ ਕਿਹਾ ਪੁੱਤਰ ਟਾਹਣੀਆਂ ਬਾਅਦ ਵਿੱਚ ਹੀ ਲੱਗੀਆਂ ਨੇ, ਪਹਿਲਾਂ ਟਾਹਣ ਹੀ ਬਣਦਾ ਆਇਆ। ਪਰ ਯਾਦ ਰੱਖੀ ਜਿਹੜਾ ਬਾਅਦ ਵਿੱਚ ਆਇਆ ਅੱਗ ਉਹਨੂੰ ਪਹਿਲਾਂ ਲੱਗ ਜਾਂਦੀ ਹੁੰਦੀ ਹੈ। ਸੁਣਿਓ, ਟਾਹਣੀ ਪਹਿਲਾਂ ਫੂਕੀ ਗਈ, ਬਾਅਦ ਵਿੱਚ ਟਾਹਣ ਨੂੰ ਅੱਗ ਲੱਗੇਗੀ। ਕਹਿੰਦਾ ਬਸ ਬਾਬਾ ਜੀ ਇੱਕ ਗੱਲ ਪੱਕੇ ਬੰਨ ਲਈ, ਮਾਂ ਬਾਪ ਪਹਿਲਾਂ ਆਏ ਕਿ ਸੰਤਾਨ ਪਹਿਲਾਂ ਆਏ। ਸੁਣਿਓ, ਮਾਂ ਬਾਪ ਪਹਿਲਾਂ ਕਿ ਸੰਤਾਨ। ਕਹਿੰਦਾ ਮਨ ਚੋਂ ਆਵਾਜ਼ ਆਈ ਮਾਂ ਬਾਪ ਪਹਿਲਾਂ, ਟਾਹਣ ਪਹਿਲਾਂ, ਟਾਹਣੀਆਂ ਬਾਅਦ ਵਿੱਚ। ਬਸ ਇਹੀ ਗੱਲ ਕਿ ਮਨਾ ਜੇ ਰੁੱਖ ਦੇ ਟਾਹਣ ਨੂੰ ਬਾਅਦ ਵਿੱਚ ਅੱਗ ਲੱਗੇ, ਟਾਹਣੀਆਂ ਪਹਿਲਾਂ ਫੂਕੀਆਂ ਜਾਂਦੀਆਂ ਨੇ। ਇਹ ਰੁੱਖ ਦੀ ਕਹਾਣੀ ਹੈ ਤੇ ਘਰਾਂ ਦੀ ਕਹਾਣੀ ਵੀ। ਕਈ ਵਾਰੀ ਜੰਮਣ ਵਾਲੇ, ਜਨਮ ਦੇਣ ਵਾਲੇ ਘਰ 'ਚ ਬੈਠੇ ਰਹਿੰਦੇ ਨੇ, ਸੰਤਾਨ ਜਿਹੜੀ ਅੱਖਾਂ ਦੇ ਸਾਹਮਣੇ ਮੌਤ ਉਹਨਾਂ ਨੂੰ ਲੈ ਜਾਂਦੀ ਹੈ। ਮੈਂ ਸਿਰਫ ਇੱਕ ਬੇਨਤੀ ਇਸ ਕਰਕੇ ਕੀਤੀ, ਮੌਤ ਬਚਪਨ ਨਹੀਂ ਵੇਖਦੀ, ਮੌਤ ਰਿਸ਼ਤਿਆਂ ਦੇ ਇਹ ਸੰਬੰਧ ਨਹੀਂ ਦੇਖਦੀ ਵੀ ਬਜ਼ੁਰਗ ਪਹਿਲਾਂ ਆਇਆ ਪਹਿਲਾਂ ਇਹ ਜਾਏਗਾ। ਗੁਰੂ ਅਮਰਦਾਸ ਸ਼ਬਦ ਵਰਤੇ ਨੇ, ਮੈਂ ਇਸ ਨੂੰ ਅੱਜ ਸੰਕੋਚਣ ਲੱਗਾ।